ये तो लाइना खाली करा दूंगा फिर मेरी कोशिश करूँगा। नहीं यार पहले मैंने बोलना ठीक हो रहा है। ट्रैक्टर तो नहीं गया तू ये कहता है किसान ਦੇ ਬੰਦੇ ਨਾਲ ਤੁਹਾਡੇ ਵਾਲੀ ਹੋਈ ਸੀਗਾ ਤਾਂ ਹੀ ਹਮ ਕਰਦੀ ਹੈ ਸਾਨੂੰ ਬੀਜੇਪੀ ਵਾਲਿਆਂ ਨੇ ਜਦੋਂ ਤੁਹਾਡੇ ਨਾਲ ਕੀਤਾ ਉਹ ਨਾਲ ਕਰ ਲਈ ਜੀ ਸ਼ੁਰੂ ਆ ਵੀ ਰੈਡੀ। बड़ी अफसोस की गल है कि ना बीजेपी ते ना कांग्रेस अज तक समझ सकी है किसानों की भावना। जो भी कानून बीजेपी ने बनाए हुण ते पहले कांग्रेस बनाती रही, अपने दफ्तरां च बह के अफसरां नाल गल करके बनाते रहे, जिहदा बहुत वड्डा नुकसान देश नूं भुगतना पिया। जिहड़े आ कानून 3 बनाए गए है ते जिस तरीके नाल सेंटर दी सरकार ने धक्के नाल लागू कराए, जिस तरीके नाल किसानां दे उत्ते बुलडोज करके हुण जबरदस्ती उन्हां ते ठोपना चाहुंदे है, श्रोमणी अकाली दल इहदी निंदा करदा है, स्ट्रोंगली कंडेम करदा है। पंजाब एक बॉर्डर दा स्टेट है, किसानी ते निर्भर है। बीजेपी ते कांग्रेस सरकार दोनों ही समझ नहीं रही कि जे किसान डिस्टर्ब हो जाता है तो किसानी का नुकसान होंदा है, पूरे देश का नुकसान होंदा है। आ जिहड़े 3 कानून बनाए है कल्ले किसान विरोधी नहीं, आ खेत मजदूर विरोधी भी है, आड़तिया विरोधी भी है, जिहड़े मंडी ते काम करते लेबर है उन्हां दे विरोधी भी है, छोटे दुकानदार दे विरोधी भी है, इंडस्ट्री दे विरोधी भी है। पर जे ना दिता ही कल किसान विरोधी नहीं, सारे समूचे ही पंजाब ते देश के विरोधी है। अज मैं बड़ा अफसोस होया जो हुणी खबर आई कि जिस तरीके ने सेंटर की सरकार ने जिहड़े पंजाब के किसान गए सी उन्हां नूं मिल, जिस तरीके ना उन्होंने बिहेवियर किया गया, एक मीटिंग का मजाक उठाया गया, मैं बहुत स्ट्रोंगली कंडेम करदा। किसान सारे पंजाब के किसानां ने फराखदिली दिखाई उत्थे जाके, क्योंकि एक किसान आ सुनेहा नहीं देना चाहता सी कि असी जान के उत्थे जाते नहीं, पर सेंटर की सरकार ने मजाक उड़ाया। पंजाब के किसानों के पिठ ते शुराज सेंटर की सरकार ने मारिया, उन्होंने बुलाया, कोशिश की कि असी थोड़ी हल करावांगे। हल की कराउणा सी? अफसोस इस गल का है कि सेंटर का कोई वजीर भी नहीं साडे किसान भरावां नूं मिलण आया, कोई वजीर भी नहीं। एक सैकटरी भेज दिता जिन्हें कानून बनाए, जिन्हें कोले कोई पावर नहीं फैसला करने दी, एंड उस टाइम उत्थे तो सैकटरी भेज दिता
ਤੇ ਆਪਣੇ ਵਜ਼ੀਰ ਬੀਜੇਪੀ ਦੀ ਟੌਪ ਲੀਡਰਸ਼ਿਪ ਪੰਜਾਬ ਵਿੱਚ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਮਿਨਿਸਟਰ ਉਹਨਾਂ ਜਿਹੜੇ ਕਿਸਾਨ ਸਾਡੇ ਗਏ ਵੀਰ ਗਏ ਕਿ ਉਹ ਮਿਨਿਸਟਰ ਉਹਨਾਂ ਨੂੰ ਮਿਲ ਨਹੀਂ ਸਕਦੇ ਸੀ। ਜੇ ਉਹਨਾਂ ਕੋਲ ਟਾਈਮ ਨਹੀਂ ਸੀ ਕੋਈ ਹੋਰ ਦਿਨ ਦੇ ਦਿੰਦੇ। ਕੀ ਪ੍ਰਧਾਨ ਮੰਤਰੀ ਜੀ ਇਹਨੇ ਕਿਸਾਨ ਭਰਾਵਾਂ ਨੂੰ ਮਿਲ ਨਹੀਂ ਸਕਦੇ ਸੀ? ਜੇ ਅੱਜ ਪ੍ਰਧਾਨ ਮੰਤਰੀ ਜੀ ਬਿਜ਼ੀ ਹੁੰਦੇ ਕਿਸੇ ਹੋਰ ਟਾਈਮ ਦੇ ਦਿੰਦੇ, ਪਰ ਬੁਲਾ ਕੇ ਤੁਸੀਂ ਇੱਥੋਂ ਜਾਣ ਕੇ ਵਿਚਾਰਿਆਂ ਨਾਲ ਮਜ਼ਾਕ ਉਡਾਇਆ। ਆ ਬਹੁਤ ਮਾੜੀ ਗੱਲ ਕੀਤੀ। ਇੱਕ ਮੈਨੂੰ ਲੱਗਦਾ ਬੇਇੱਜ਼ਤ ਕੀਤਾ ਹੈ। ਉਹੀ ਗੇਮ ਹੁਣ ਪੰਜਾਬ ਦਾ ਕਾਂਗਰਸ ਮੈਂ ਦੇਖਿਆ ਕਿ ਹੁਣ ਮੈਂ ਜਿਹੜੀ ਵੱਡੀ ਗੱਲ ਸਾਹਮਣੇ ਆ ਗਈ ਹੈ ਕਿ ਸੈਂਟਰ ਦੀ ਬੀਜੇਪੀ ਸਰਕਾਰ ਤੇ ਕਾਂਗਰਸ ਦੀ ਅਮਰਿੰਦਰ ਸਰਕਾਰ ਇਕੱਠੇ ਹੋ ਕੇ ਗੇਮ ਖੇਡ ਰਹੇ ਆ। ਨਾ ਅਮਰਿੰਦਰ ਸਰਕਾਰ ਕੁਝ ਕਰਨ ਨੂੰ ਤਿਆਰ ਹੈ, ਨਾ ਸੈਂਟਰ ਨਾਲ ਲੜਾਈ ਲੜਨ ਨੂੰ ਤਿਆਰ ਹੈ, ਨਾ ਕੈਪਟਨ ਅਗਵਾਈ ਕਰਨ ਨੂੰ ਲੜਾਈ ਦੀ ਤਿਆਰ ਹੈ। ਜਾਣ ਕੇ ਬਿਆਨ ਦੇਈ ਜਾਣਗੇ। ਇੱਥੇ ਵੀ ਮੈਚ ਆਪਣੇ ਮਿਨਿਸਟਰ ਤੇ ਨਹੀਂ ਭੇਜਤੇ ਕਿ ਤੁਸੀਂ ਆਪਣਾ ਪ੍ਰੋਟੈਸਟ ਜਿਹੜੇ ਧਰਨੇ ਵਾਪਸ ਕਰ ਲਓ, ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ। ਕਰਨਾ ਕੁਛ ਨਹੀਂ ਹੈ। ਤੇ ਫਿਰ ਮਜ਼ਾਕ ਗੇਮ ਕੀ ਖੇਡ ਰਹੇ ਕਿ ਆਪਾਂ ਇਹਨੂੰ ਹੌਲੀ ਹੌਲੀ ਲੰਬਾ ਲਈ ਚੱਲੋ, ਆਪਣੇ ਆਪ ਹੀ ਥੱਕ ਥੁੱਕ ਕੇ ਕਿਸਾਨ ਆਪਣੇ ਵਾਪਸ ਘਰਾਂ ਨੂੰ ਚਲੇ ਜਾਣਗੇ। ਕੈਪਟਨ ਸਾਹਿਬ ਤੇ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਾ ਚਾਹਣਾ, ਜੇ ਪੰਜਾਬ ਦਾ ਕਿਸਾਨ ਆਪਣਾ ਖੂਨ ਪਸੀਨੇ ਨਾਲ ਦੇਸ਼ ਨੂੰ ਅੰਨ ਪੈਦਾ ਕਰਕੇ ਦੇ ਸਕਦਾ ਹੈ, ਦੇਸ਼ ਦੇ ਹਰ ਘਰ ਵਿੱਚ ਰੋਟੀ ਪਹੁੰਚਾ ਸਕਦਾ ਹੈ, ਦੇਸ਼ ਦੀ ਲੜਾਈਆਂ ਵਿੱਚ ਸਭ ਤੋਂ ਵੱਧ ਆਪਣੀਆਂ ਸ਼ਹਾਦਤਾਂ ਦੇ ਸਕਦਾ ਹੈ, ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਬਚਾ ਸਕਦਾ ਹੈ, ਜੇ ਤੁਸੀਂ ਇਨਸਾਫ ਨਹੀਂ ਦੋਗੇ ਸੰਘਰਸ਼ ਵੀ ਕਰ ਸਕਦਾ ਹੈ। ਤੇ ਮੈਂ ਜਿੰਨੇ ਆਪਣੇ ਕਿਸਾਨ ਵੀਰ ਹੈ, ਮੈਂ ਸਪਸ਼ਟ ਕਰਨਾ ਚਾਹਣਾ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਹੈ। ਜੋ ਵੀ ਸਾਡੀ ਹੁਕਮ ਲਾਉਣਗੇ ਸਾਨੂੰ, ਅਸੀਂ ਆਪਣੀ 3 ਮੈਂਬਰ ਕਮੇਟੀ ਬਣਾਈ ਹੈ, ਜਿਹਦੇ ਵਿੱਚ ਸਰ ਬਲਵਿੰਦਰ ਸਿੰਘ ਭੁੰਦੜ ਸਾਹਿਬ, ਚੰਦੂ ਮਹਾਰਾਜ ਸਾਹਿਬ ਤੇ ਆਪਣੇ ਮਲੂਕਾ ਸਾਹਿਬ ਸਾਡੇ ਮਿਨਿਸਟਰ ਐਕਸ ਮਿਨਿਸਟਰ ਹੈ, ਜੋ ਕਿਸਾਨ ਵਿੰਗ ਦੇ ਸਾਡੇ ਪ੍ਰਧਾਨ ਹੈ। ਉਹਨਾਂ ਦੀ ਡਿਊਟੀ ਲਾਈ ਹੈ ਕਿ ਸਾਰੀ ਜਿਹੜੀਆਂ ਕਿਸਾਨ ਜਿਹੜੇ ਵੱਖ-ਵੱਖ ਜਗ੍ਹਾ ਤੇ ਲੜਾਈ ਲੜ ਰਹੇ ਹੈ, ਉਹਨਾਂ ਨਾਲ ਤਾਲਮੇਲ ਕਰੋ, ਜਥੇਬੰਦੀਆਂ ਤਾਲਮੇਲ ਕਰੋ, ਤੇ ਜੋ ਵੀ ਸਾਨੂੰ ਹੁਕਮ ਲਾਉਣਗੇ, ਅਸੀਂ ਜੋ ਹੁਕਮ ਕਿਵੇਂ ਜਾਇਜ਼ਾ ਹੁਕਮ ਲਾਉਣਗੇ, ਜਿਵੇਂ ਲੜਾਈ ਲੜਨੀ ਹੈ, ਜੋ ਫੈਸਲਾ ਕਰਨਗੇ, ਅਸੀਂ ਉਹਨਾਂ ਦੇ ਨਾਲ ਲੜਨ ਤਿਆਰ ਹੈ। ਪਰ ਅੱਜ ਜੋ ਕੀਤਾ, ਜੋ ਪੰਜਾਬ ਦੇ ਕਿਸਾਨਾਂ ਨਾਲ ਸੈਂਟਰ ਦੀ ਸਰਕਾਰ ਨੇ ਕੀਤਾ, ਸਭ ਤੋਂ ਮਾੜੀ ਗੱਲ ਅੱਜ ਕੀਤੀ ਹੈ, ਅਪਮਾਨਿਤ ਕੀਤਾ ਹੈ। ਦੂਜੀ ਗੱਲ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਕਿਹਾ ਸੀ ਸੈਸ਼ਨ ਬੁਲਾਉਣ ਦਾ, ਸੈਸ਼ਨ ਬੁਲਾ ਲਿਆ, ਪਰ ਚਲਾਕੀ ਇੱਕ ਹੋਰ ਕਰ ਗਏ। ਅਸੀਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਸੈਸ਼ਨ ਬੁਲਾ ਕੇ ਜੋ ਕਾਲੇ ਕਿਸਾਨਾਂ ਦੇ ਕਾਲੇ ਕਾਨੂੰਨ ਜੋ ਕੈਪਟਨ ਨੇ ਪਾਸ ਕੀਤੇ ਸੀ 2017 ਚ, ਉਹਨੂੰ ਵਾਪਸ ਲਏ। ਅੱਜ ਕੈਬਨਿਟ ਚ ਉਹਨੇ ਫੈਸਲਾ ਨਹੀਂ ਕੀਤਾ। ਅੱਜ ਦੋਗਲੀ ਗੇਮ ਤਾਂ ਹੀ ਮੈਂ ਕਿਹਾ, ਸੈਂਟਰ ਦੀ ਬੀਜੇਪੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਇਕੱਠੇ ਮਿਕਸ ਮੈਂ ਖੇਡ ਰਿਹਾ। ਜਿਹੜਾ ਕੈਪਟਨ ਨੇ ਕਾਨੂੰਨ ਪਾਸ ਕੀਤਾ, ਉਹੀ ਕਾਨੂੰਨ ਹੈ ਜਿਹੜਾ ਦਿੱਲੀ ਦੀ ਬੀਜੇਪੀ ਸਰਕਾਰ ਨੇ ਪਾਸ ਕੀਤਾ, ਤੇ ਅੱਜ ਤੱਕ ਉਸ ਕਾਨੂੰਨ ਨੂੰ ਵਾਪਸ ਲੈਣ ਵਾਸਤੇ ਅੱਜ ਤੱਕ ਨਹੀਂ ਉਹਨੇ ਕੁਝ ਗੱਲ ਕੀਤੀ, ਨਾ ਨਿਸ਼ਾਨਾ। ਤੇ ਹੁਣ ਵੀ ਜਿਹੜੇ ਸਾਡੇ ਮੈਂਬਰ ਹੈ, ਮੈਂ ਬੇਨਤੀ ਕਰਾਂਗਾ ਸਾਡੀ ਜਿਹੜਾ ਲੈਜਿਸਲੇਟਿਵ ਵਿੰਗ ਹੈ ਕਿ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਤੁਸੀਂ ਲੈ ਕੇ ਆਉਣ, ਜਿੱਥੇ ਜਿਹੜੇ ਕਾਲੇ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਿਧਾਨ ਸਭਾ 2017 ਚ ਪਾਸ ਕੀਤੇ ਸੀ, ਉਹ ਲੈ ਕੇ ਆਈਏ ਕਿ ਉੱਥੇ ਕੈਬਨਿਟ ਵਿਧਾਨ ਸਭਾ ਲੈ ਕੇ ਆਈਏ ਕਿ ਉਹ ਸਾਰੇ ਕਾਨੂੰਨ ਵਾਪਸ ਹੋਣ। ਤੇ ਹੋਰ ਕੋਈ ਕਿਸੇ ਨੇ ਗੱਲਬਾਤ ਕਰਨੀ? ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈਗੀ ਆ ਕਿ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ
ਕਿਸਾਨ ਜਥੇਬੰਦੀਆਂ ਦੇ ਨਾਲ ਵੀ ਹੋ ਗਿਆ ਕਿ ਇੱਕ ਪਾਸੇ ਸੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਬੜੀ ਫਰਾਕਦਿਲੀ ਦਿਖਾਈ ਸਾਰੇ, ਕਿਉਂਕਿ ਨਹੀਂ ਤਾਂ ਇਹਨਾਂ ਨੇ ਕਹਿਣਾ ਸੀ ਕਿ ਅਸੀਂ ਇਕੱਲੇ ਡਰਾਮਾ ਕਰਦੇ ਆਂ, ਸੜਕਾਂ ਤੇ ਲਾਅ ਐਂਡ ਆਰਡਰ ਖਰਾਬ ਕਰਨਾ ਚਾਹੁੰਦੇ ਆਂ, ਕੋਈ ਆਪਣੀ ਮੰਗਾਂ ਬਾਰੇ ਗੱਲ ਨਹੀਂ ਕਰਨੀ। ਭਾਵੇਂ ਉਹਨੇ ਇਨਵੀਟੇਸ਼ਨ ਤੇ ਹੀ ਚਲੇ ਗਏ, ਪਰ ਆ ਫਰਜ਼ ਬਣਦਾ ਸੀ ਕਿ ਜੇ ਤੁਸੀਂ ਜਥੇਬੰਦੀਆਂ ਨੂੰ ਬੁਲਾਇਆ, ਕਿਸਾਨ ਬੁਲਾਏ ਹੈ, ਘੱਟ ਤੋਂ ਘੱਟ ਜਿਹੜਾ ਬੰਦਾ ਫੈਸਲਾ ਕਰ ਸਕੇ ਉਹਦੇ ਨਾਲ ਮੀਟਿੰਗ ਕਰਾਈ ਜਾਏ। ਪਰ ਜਿਹੜੀ ਨਹੀਂ ਕਰਾਈ ਮੀਟਿੰਗ, ਉਹਨੂੰ ਬੁਲਾ ਕੇ ਇੱਕ ਮਾਹੌਲ ਵਾਂਗੂ ਬਣਾਇਆ ਗਿਆ, ਆਹ ਸਭ ਤੋਂ ਮਾੜੀ ਗੱਲ ਹੈ। ਉਹਨਾਂ ਨੇ ਕਿਹਾ ਕਿ ਮੰਤਰੀ ਉੱਥੇ ਸੀਗੇ, ਮੰਤਰੀ ਪੰਜਾਬ ਦੇ ਵਿੱਚ ਵਰਚੁਅਲ ਕਾਨਫਰੰਸ ਕਰ ਰਹੇ ਹੈਗੇ ਨੇ ਤੇ ਸਾਡੇ ਵਾਸਤੇ ਮਿਲਣ ਵਾਸਤੇ ਉਹਨਾਂ ਦੇ ਕੋਲ ਸਮਾਂ ਨਹੀਂ ਹੈਗਾ। ਤੇ ਇਸੇ ਦਾ ਇਨਸੀਡੈਂਟ ਵੀ ਹੋਇਆ ਸੰਗਰੂਰ ਦੇ ਵਿੱਚ, ਜਿੱਥੇ ਵਰਚੁਅਲ ਇੱਕ ਕਾਨਫਰੰਸ ਚੱਲ ਰਹੀ ਸੀਗੀ, ਆੜਤੀਆਂ ਨੂੰ ਜਾਂ ਕਿਸਾਨਾਂ ਨੂੰ ਉੱਥੇ ਸੰਬੋਧਨ ਕਰ ਰਹੇ ਸੀਗੇ ਸਟੇਟ ਮਿਨਿਸਟਰ ਫਾਰ ਐਗਰੀਕਲਚਰ। ਮੈਂ ਉਹੀ ਕਹਿ ਰਿਹਾ ਕਿ ਜਿਵੇਂ ਪਹਿਲੇ ਕਿਹਾ ਕਿ ਮੰਤਰੀਆਂ ਕੋਲੇ ਪੰਜਾਬ ਦੇ ਉੱਥੇ ਇੱਥੇ ਜਾ ਕੇ ਵਰਚੁਅਲ ਕਾਨਫਰੰਸ ਆਪਣੇ ਬੀਜੇਪੀ ਦੇ ਵਰਕਰਾਂ ਨਾਲ ਕਰਨ ਦਾ ਟਾਈਮ ਹੈ, ਪਰ ਜਿਹੜੇ ਕਾਂਗਰਸ ਦੇ ਜਿਹੜੇ ਕਿਸਾਨ ਆ ਪੰਜਾਬ ਦੇ, ਜਿਹੜੇ ਸੰਘਰਸ਼ ਕਰ ਰਹੇ ਆ, ਜਿਹੜੇ ਪਿਛਲੇ 20 ਦਿਨਾਂ ਤੋਂ ਘਰ ਛੱਡ ਕੇ, ਆਪਣੇ ਪਰਿਵਾਰ ਛੱਡ ਕੇ ਸੜਕਾਂ ਤੇ ਬੈਠੇ ਆ ਤੇ ਰੇਲਵੇ ਲਾਈਨਾਂ ਤੇ ਪਏ ਆ, ਰਾਤ ਦਿਨ ਰਾਤ ਉੱਥੇ ਪਏ ਆ, ਉਹਨਾਂ ਨੂੰ ਗੱਲ ਕਰਨ ਨੂੰ ਟਾਈਮ ਹੈ ਨਹੀਂ। ਲਿਸਟਾਂ ਬਣਾ ਕੇ ਭੇਜੀ ਜਾ ਰਹੇ ਆ ਕਿ ਅਸੀਂ ਇਸ ਦਿਨ ਨੂੰ ਇਹ ਮੰਤਰੀ ਗੱਲ ਕਰੂਗਾ, ਇਸ ਦਿਨ ਨੂੰ ਆਹ ਗੱਲ ਕਰੂਗਾ। 8-8 9-9 ਸੈਂਟਰ ਦੇ ਵਜ਼ੀਰ, ਇੱਕ ਮਿਨਿਸਟਰ ਨੂੰ ਕੋਈ ਕੰਮ। ਮਤਲਬ ਤਾਂ ਬੀਜੇਪੀ ਸਾਰੀ ਡਬਲ ਗੇਮ ਖੇਡ ਰਹੀ ਹੈ, ਉਹਨਾਂ ਨੂੰ ਉੱਥੇ ਬੁਲਾ ਲਿਆ। ਇਸੇ ਤਰ੍ਹਾਂ ਮੈਂ ਉਹੀ ਕਹਿ ਰਿਹਾ ਕਿ ਬੀਜੇਪੀ ਤੇ ਕਾਂਗਰਸ ਦੋਨੋਂ ਹੀ ਡਬਲ ਗੇਮ ਫਿਕਸਡ ਮੈਚ ਖੇਡ ਰਹੇ ਆ, ਕਿਵੇਂ ਨਾ ਕਿਵੇਂ ਦੋਨਾਂ ਵਿੱਚ ਉਲਝਾ ਕੇ ਆ ਜਿਹੜੀ ਮੂਵਮੈਂਟ ਹੈ ਇਹਨੂੰ ਫੇਲ ਕੀਤਾ ਜਾਏ। ਪੰਜਾਬੀਆਂ ਦਾ ਅਪਮਾਨ ਅਸੀਂ ਕਿਹਾ ਕਿ ਮੈਂ ਉਹੀ ਕਹਿਣਾ ਚਾਹੁੰਦਾ, ਅਸੀਂ ਆਪਣੀ 3 ਮੈਂਬਰ ਕਮੇਟੀ ਬਣਾਈ ਹੈ, ਜੋ ਉਹਨਾਂ ਨੂੰ ਮਿਲੇ ਵੀ ਹੈ ਤੇ ਅੱਗੇ ਵੀ ਮਿਲਣਗੇ, ਉਹਨਾਂ ਨਾਲ ਗੱਲਬਾਤ ਕਰੇ। ਅਸੀਂ ਉਹਨਾਂ ਨੂੰ ਕਿਹਾ ਕਿ ਜੋ ਤੁਸੀਂ ਹੁਣ ਸੰਘਰਸ਼ ਕਰ ਰਹੇ ਹੋ, ਮੈਂ ਇੱਕ ਵੱਡੀ ਸਪਸ਼ਟ ਗੱਲ ਕਰਨਾ ਚਾਹੁੰਦਾ, ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਪੂਰੇ ਦੇਸ਼ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਹੈ। ਪਰ ਫਿਰ ਵੀ ਅਸੀਂ ਉਹਨਾਂ ਦੀ ਅਗਵਾਈ ਥੱਲੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਚੱਲਾਂਗੇ। ਅਸੀਂ ਆਪਣੀ ਟੀਮ ਦੇ ਨਿਯੁਕਤ ਕੀਤੀ ਹੈ, ਜਿਹੜੀ ਉਹਨਾਂ ਨਾਲ ਵਿਚਾਰ ਕਰਕੇ ਜੋ ਹੁਕਮ ਕਰਨਗੇ, ਜਿਵੇਂ ਉਹ ਚਾਹੁੰਦੇ ਸੰਘਰਸ਼ ਕਰਨਾ, ਅਸੀਂ ਉਹਨਾਂ ਲੱਗਣ ਨੂੰ ਤਿਆਰ ਹਾਂ। ਕਿਉਂਕਿ ਸਾਡਾ ਨਿਸ਼ਾਨਾ ਇੱਕ ਕਿਸਾਨ ਤੇ ਪੰਜਾਬ ਨੂੰ ਆਪਣਾ ਇਨਸਾਫ ਮਿਲਣਾ ਲੋੜ ਹੈ, ਤੇ ਅਸੀਂ ਨਹੀਂ ਚਾਹੁੰਦੇ ਕਿ ਇੰਪ੍ਰੈਸ਼ਨ ਜਾਏ ਕਿ 2 ਫਾੜ ਹੈ, 3-4 ਅਲੱਗ-ਅਲੱਗ ਚਾਰੇ, ਉਹ ਇੰਪ੍ਰੈਸ਼ਨ ਦੂਰ ਕਰਨ ਵਾਸਤੇ ਹੀ ਅਸੀਂ ਆਸਰਾ ਕੀਤਾ। ਮੈਂ ਉਹੀ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਪਹਿਲੇ ਸੈਂਟਰ ਚਿੱਠੀ ਭੇਜਦੀ ਹੈ, ਉੱਥੇ ਗੱਲ ਨਹੀਂ, ਫਿਰ ਉਸੇ ਟਾਈਮ ਕਾਂਗਰਸ ਆਪਣੀ ਭੇਜ ਦਿੰਦੀ ਹੈ। ਆ ਦੋਨੋਂ ਡਬਲ ਗੇਮ ਹੈ ਕਿ ਇੱਥੇ ਬੁਲਾ ਲਓ, ਕਨਫਿਊਜ਼ ਕਰਕੇ ਫਿਰ ਇੱਥੇ ਕਰ ਲਓ, ਉਹ ਥੋੜਾ ਕਰਕੇ ਅੱਗੇ ਪਿੱਛੇ ਕਰਕੇ ਸੈਸ਼ਨ ਬੁਲਾ ਲਓ, ਸੈਸ਼ਨ ਦੇ ਬਾਅਦ ਕੋਈ ਅੱਧੀਆਂ ਚੀਜ਼ਾਂ ਕਰਕੇ। ਮੇਰਾ ਮਤਲਬ ਕਿ ਇਹਨੂੰ ਕਿਵੇਂ ਨਾ ਕਿਵੇਂ ਪ੍ਰੈਸ਼ਰ ਘਟਾ ਕੇ ਆ ਡਬਲ ਗੇਮ ਦੋਨੋਂ ਖੇਡ ਰਹੇ ਆ। ਕਾਂਗਰਸ ਲਗਾਤਾਰ ਕਹਿ ਰਹੀ ਦਬਾਅ ਬਣਾ ਰਹੀ ਹੈ ਕਿ ਰੇਲਾਂ ਦੇ ਜੋ ਕੋਲਾ ਨਹੀਂ ਹੈਗਾ, ਉਹ ਜਿਹੜੀ ਚੀਜ਼ਾਂ ਉਹ ਨਹੀਂ ਪਹੁੰਚਦੀਆਂ। ਇਹਦੇ ਉੱਪਰ ਤੁਹਾਡਾ ਕੀ ਸਟੈਂਡ ਹੈਗਾ? ਤੁਹਾਡੀ ਕਾਰਪੋਰੇਟ ਕਮੇਟੀ ਬਣਾਈ ਹੈ, ਇਹਦੇ ਉੱਪਰ ਕੀ ਸਟੈਂਡ ਹੈ ਕਿ ਕਿਸਾਨ ਸਿਆਣੇ ਕਿਸਾਨ ਜਿਹੜੇ ਆਪਣੀ ਜਥੇਬੰਦੀਆਂ ਸਾਰੇ ਸਮਝਦਾਰ ਹੈ, ਸਾਰੇ ਹੈ, ਤੇ ਸਾਰੇ ਉਹ ਸੋਚ ਸਮਝ ਕੇ ਫੈਸਲਾ ਲੈ ਰਹੇ ਆ। ਸੋ ਪੰਜਾਬ ਦੇ ਹਿੱਤ ਵਿੱਚ ਮੈਂ ਉਹਨੂੰ ਬੇਨਤੀ ਕਰਾਂ, ਜੋ ਵੀ ਕਰਨਗੇ ਆਪਾਂ ਉਹਦੇ ਨਾਲ ਉਹ ਤਾਲਮੇਲ ਕਰ ਰਹੀ ਹੈ, ਮਿਲ ਵੀ ਲਈ ਹੈ, ਕਈ ਜਥੇਬੰਦੀਆਂ ਨੂੰ ਮਿਲ ਵੀ ਚੁੱਕੀ ਹੈ। ਸਾਡੀ ਕਮੇਟੀ ਹਰਿਆਣੇ 'ਚ ਵੀ ਗਈ ਸੀ। ਹਰਿਆਣੇ 'ਚ ਜੇ ਮਹਿਮ ਜਿਹੜੇ ਇਹਨਾਂ ਦੀ ਮੇਨ ਜਗ੍ਹਾ ਹੈ, ਉੱਥੇ ਸਾਡੇ ਲੀਡਰਸ਼ਿਪ ਨੂੰ ਸਨਮਾਨਿਤ ਵੀ ਕੀਤਾ ਸੀ। ਸਾਡੇ ਲੀਡਰਸ਼ਿਪ ਨੂੰ ਜੋ ਯੂਪੀ ਦੇ ਕਿਸਾਨ ਜਥੇਬੰਦੀ ਨੇ ਮੇਰਠ 2 ਦਿਨ ਹੋ ਗਏ, ਉੱਥੇ ਸਾਨੂੰ ਬੁਲਾਇਆ ਸੀ। ਉੱਥੇ ਵੀ ਉਹਨਾਂ ਨੇ ਵਧਾਈ ਦਿੱਤੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਇਸ ਲੜਾਈ, ਕਿਸਾਨਾਂ ਦੀ ਲੜਾਈ ਵਿੱਚ ਜਿੰਨਾ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ, ਤੇ ਜਿਸ ਤਰੀਕੇ ਨਾਲ ਪੰਜਾਬ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਐਕਟ ਕੀਤਾ ਹੈ, ਉਹਨਾਂ ਨੇ ਮੇਰਠ ਵਿੱਚ ਯੂਪੀ ਦੇ ਕਿਸਾਨ ਜਥੇਬੰਦੀਆਂ ਨੇ ਵਧਾਈ ਦਿੱਤੀ ਤੇ ਬੁਲਾ ਕੇ ਸਨਮਾਨਿਤ ਕੀਤਾ ਸਾਡੇ ਉੱਥੇ ਲੀਡਰਸ਼ਿਪ ਨੂੰ। ਉਵੇਂ ਹਰਿਆਣੇ 'ਚ ਕੀਤਾ ਗਿਆ। ਮੇਰੀ ਬੇਨਤੀ ਹੈ, ਮੇਰੀ ਨਾ ਸਾਰੇ
ਦੇਖੋ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਅਪਮਾਨਿਤ ਕੀਤਾ ਗਿਆ, ਉਹ ਕੱਲਾ ਉਹਨਾਂ ਦਾ ਅਪਮਾਨ ਨਹੀਂ, ਉਹ ਪੰਜਾਬੀਆਂ ਦਾ ਅਪਮਾਨ। ਇਸ ਲਈ ਆਪਾਂ ਨਾ ਇਹ ਜਿਹੜੇ ਬਾਕੀ ਸਵਾਲ ਹੈ ਤੁਸੀਂ ਕਿਸੇ ਹੋਰ ਦਿਨ ਰੱਖ ਲਓ, ਫਿਰ ਇਹ ਕੰਮ ਡੀਰੇਲ ਹੁੰਦਾ। ਪਲੀਜ਼ ਮੇਰੀ ਰਿਕੁਐਸਟ ਹੈ ਕਿ ਫਿਰ ਅੱਜ ਮੁੱਦਾ ਦਿੱਲੀ ਤੇ ਰੱਖੋ। Sir, can I ask you, the way sir you pointed out, you raised Barbel walked out the meeting, even the central minister not meet. So what is the take on it, sir? How do you see it? walked on ਮੈਂ ਕਹਿੰਦਾ ਬਹੁਤ ਸਹੀ ਕੀਤਾ। ਮੈਂ ਬੜਾ ਨਹੀਂ ਮੈਂ ਬੜਾ ਕਹਿੰਦਾ ਕਿਸਾਨਾਂ ਨੇ ਬੜਾ ਸਹੀ ਫੈਸਲਾ ਕੀਤਾ ਵਾਕਆਊਟ ਕਰਨ ਦਾ ਕਿ ਜੇ ਤੁਸੀਂ ਉੱਥੇ ਬੁਲਾਇਆ ਹੈ ਤੇ ਜਿਸ ਨੂੰ ਮਿਲਣ ਜਾਣਾ ਸੀ ਉਹਨਾਂ ਨੇ, ਜਿਹਨੂੰ ਮਿਲਣਾ ਸੀ ਉਹ ਆਪ ਹੋਏ ਨਾ, ਤੇ ਤੁਸੀਂ ਜੇ ਇੱਕ ਜੂਨੀਅਰ ਲੈਵਲ ਦੇ ਅਫਸਰ ਨੂੰ ਉਹਦਾ ਮੀਟਿੰਗ ਕਰੋ ਤੇ ਉਹ ਵਾਕਆਊਟ ਨਹੀਂ ਕਰਨਗੇ, ਤੇ ਮੈਂ ਕਹਿੰਦਾ ਜੋ ਉਹਨਾਂ ਨੇ ਬੇਇੱਜ਼ਤ ਕੀਤਾ ਸਾਰੇ, ਮੈਂ ਕਹਿੰਦਾ ਸਾਰੇ ਪੰਜਾਬੀਆਂ ਦੀ ਬੇਇੱਜ਼ਤੀ ਹੈ। Can you be in Hindi or English, sir? I strongly condemn Government of India's method of first inviting the farmers for a meeting and then rather than a minister or prime minister meeting them, deputed a junior officer. Basically, it's like insulting those farmers, insulting those farmers' intelligence and insulting the people of Punjab. This should not have been done. And they walked out. I think they did a good thing by walking out. Sir, finally Punjab government decided to hold a special section. What is being done? If Captain Amrinder Singh is holding a special session, and Captain Amrinder Singh, the first thing in the session he should do, the black laws which he passed, which are similar, not similar, same as these 3 acts passed by Government of India, he has to bring a bill to withdraw those acts. If he doesn't do that, he is playing a mixed match with Government of India, playing the same game. चलो यार ये Thank you.